ਬੱਚਿਓ ਅੱਜ ਦੇ BA ਥਰਡ ਸਮੈਸਟਰ ਦੇ ਇਸ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਫੰਡਾਮੈਂਟਲ ਰਾਈਟਸ ਵਾਲਾ ਚੈਪਟਰ ਕਰ ਰਹੇ ਸੀ। ਉਹਦੇ ਵਿੱਚ ਅਸੀਂ ਰਾਈਟ ਟੂ ਜਿਹੜਾ ਹੈ ਕਲਚਰ ਅਤੇ ਐਜੂਕੇਸ਼ਨਲ ਰਾਈਟਸ ਜਿਹੜੇ ਆ ਡਿਸਕਸ ਕੀਤੇ ਸੀ। ਨਾਲ ਹੀ ਨਾਲ ਜਿਹੜੀ ਧਾਰਾ 32 ਦੇ ਵਿੱਚ ਜਿਹੜਾ ਸੰਵਿਧਾਨਿਕ ਉਪਾਇਆਂ ਦਾ ਅਧਿਕਾਰ ਦਿੱਤਾ ਗਿਆ ਉਹਦੇ ਬਾਰੇ ਥੋੜੀ ਜਿਹੀ ਚਰਚਾ ਜਿਹੜੀ ਹੈ ਕੀਤੀ ਸੀ। ਜਿਹੜਾ ਸਾਡਾ ਅੱਜ ਦਾ ਲੈਕਚਰ ਹੈਗਾ ਹੈ ਉਹ ਸੰਵਿਧਾਨਿਕ ਉਪਾਇਆਂ ਦਾ ਜਿਹੜਾ ਅਧਿਕਾਰ ਹੈ ਉਹਨੂੰ ਡਿਟੇਲ ਦੇ ਵਿੱਚ ਡਿਸਕਸ ਜਿਹੜਾ ਹੈ ਆਪਾਂ ਕਰਾਂਗੇ। ਪਹਿਲੀ ਗੱਲ ਜਿਹੜਾ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਅਗਰ ਤੁਹਾਡੇ ਫੰਡਾਮੈਂਟਲ ਰਾਈਟਸ ਇਨਫ੍ਰਿੰਜ ਹੁੰਦੇ ਆ, ਅਗਰ ਤੁਹਾਡੇ ਫੰਡਾਮੈਂਟਲ ਰਾਈਟਸ ਦਾ ਹਨਨ ਹੁੰਦਾ ਹੈ ਤੇ ਤੁਸੀਂ ਜਿਹੜਾ ਇੱਕ ਐਸਟੈਬਲਿਸ਼ਡ ਪ੍ਰੋਸੀਜਰ ਦੁਆਰਾ ਕੋਰਟ ਦੇ ਵਿੱਚ ਜਿਹੜਾ ਹੈ ਜਾ ਸਕਦੇ ਹੋ। ਜਿਵੇਂ ਕਿ ਜਿਹੜੀ ਧਾਰਾ 226 ਹੈ ਤੇ 227 ਹੈ ਸੰਵਿਧਾਨ ਦੀ, ਉਹਦੇ ਅਧੀਨ ਤੁਹਾਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਅਗਰ ਤੁਹਾਡੇ ਫੰਡਾਮੈਂਟਲ ਰਾਈਟਸ ਵਾਇਲੇਟ ਹੁੰਦੇ ਆ ਤੇ ਤੁਸੀਂ ਮਤਲਬ ਕਿ ਕੋਰਟ ਦੇ ਵਿੱਚ ਜਾ ਸਕਦੇ ਆ। ਔਰ ਇਹਦੇ ਵਿੱਚ ਜਿਹੜਾ ਹੈ ਰਿਟਸ ਜਿਹੜੀਆਂ ਹੈਗੀਆਂ ਪ੍ਰਾਵਧਾਨ ਜਿਹੜੇ ਹੈ ਮਤਲਬ ਕਿ ਜਿਹੜੇ ਸੰਵਿਧਾਨਿਕ ਮਤਲਬ ਵੱਖ-ਵੱਖ ਜਿਹੜੇ ਉਪਾਇਆਂ ਦੁਆਰਾ ਜਿਹੜਾ ਹੈ ਤੁਸੀਂ ਨਿਆਂਯਾਲੇ ਤੋਂ ਜਿਹੜਾ ਹੈ ਆਪਣੇ ਨਿਆਂ ਪ੍ਰਾਪਤ ਕਰ ਸਕਦੇ ਹੋ। ਹੁਣ ਪਹਿਲੀ ਗੱਲ ਜਿਹੜੀ ਹੈਗੀ ਹੈ ਵਾਟ ਇਜ਼ ਰਿਟਸ। ਰਿਟਸ ਆਰ ਰਿਟਨ ਆਰਡਰਸ ਇਸ਼ੂਡ ਬਾय ਸੁਪਰੀਮ ਕੋਰਟ ਆਫ ਇੰਡੀਆ to provide constitutional remedies to protect the fundamental rights from the violation। ਸੋ ਰਿਟ ਕੀ ਹੈ? ਰਿਟ ਇਹੋ ਜਿਹੇ ਆਦੇਸ਼ ਹੈ ਜਿਹੜੇ ਕਿ ਸੁਪਰੀਮ ਕੋਰਟ ਜਿਹੜਾ ਹੈ ਇਸ ਕਰਕੇ ਜਾਰੀ ਕਰਦਾ ਹੈ ਕਿ ਲੋਕਾਂ ਦੇ ਜਿਹੜੇ ਮੌਲਿਕ ਅਧਿਕਾਰ ਹੈ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਵੇ। ਆਰਟੀਕਲ 32 also empowers parliament to authorize any other court to issue writs। ਸੋ ਪਾਰਲੀਮੈਂਟ ਨੂੰ ਵੀ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਹੋਰ ਜਿਹੜੇ ਨਿਆਂਯਾਲੇ ਹੈ ਉਹਨਾਂ ਨੂੰ ਉਹ ਆਦੇਸ਼ ਦੇ ਸਕਦਾ ਹੈ ਕਿ ਉਹ ਇੱਦਾਂ ਦੇ ਜਿਹੜੇ ਪ੍ਰਾਵਧਾਨ ਹੈ ਜਾਂ ਇੱਦਾਂ ਦੀ ਜਿਹੜੀ ਵਿਵਸਥਾ ਹੈ ਉਹਨੂੰ ਲਾਗੂ ਕਰਨ ਵਾਸਤੇ ਕਾਨੂੰਨ ਜਿਹੜਾ ਪਾਰਲੀਮੈਂਟ ਜਿਹੜਾ ਹੈ ਪਾਸ ਕਰ ਸਕਦਾ ਹੈ। ਬਿਫੋਰ 1950 ਓਨਲੀ ਹਾਈ ਕੋਰਟਸ ਆਫ ਕੈਲਕਟਾ, ਬੰਬੇ, ਮਦਰਾਸ ਹੈਜ਼ ਪਾਵਰ ਟੂ ਇਸ਼ੂ ਸਰਟਨ ਰੂਲਸ। ਮਤਲਬ 1950 ਜਾਂ ਤੋਂ ਪਹਿਲਾਂ ਜਾਂ 1950 ਤੱਕ ਜਿਹੜਾ ਸਿਰਫ ਕੈਲਕਟਾ, ਬੰਬੇ ਤੇ ਮਦਰਾਸ ਹਾਈ ਕੋਰਟ ਨੂੰ ਜਿਹੜਾ ਸੀਗਾ ਇੱਦਾਂ ਦੇ ਜਿਹੜੀਆਂ ਰਿਟਸ ਹੈ ਉਹ ਇਸ਼ੂ ਕਰਨ ਦਾ ਜਿਹੜਾ ਸੀਗਾ ਉਹ ਅਧਿਕਾਰ ਪ੍ਰਾਪਤ ਸੀ। ਪਰ ਹੁਣ ਕੀ ਹੈ, ਹੁਣ ਹਾਈ ਕੋਰਟ ਕਿਸੇ ਵੀ ਜਿਹੜਾ ਕੋਈ ਵੀ ਸਟੇਟ ਜਿਹੜਾ ਹਾਈ ਕੋਰਟ ਹੈਗਾ ਉਹਦੇ ਵਿੱਚ ਤੁਸੀਂ ਜਾ ਕੇ ਜਿਹੜਾ ਹੈ ਆਪਣੇ ਫੰਡਾਮੈਂਟਲ ਰਾਈਟਸ ਨੂੰ ਬਚਾਉਣ ਵਾਸਤੇ ਜਿਹੜੀ ਹੈ ਯਾਚਿਕਾ ਜਿਹੜੀ ਹੈ ਉਹ ਲਗਾ ਸਕਦੇ ਹੋ। ਠੀਕ ਹੈ। ਆਰਟੀਕਲ 226 empowers all the high courts to issue certain writs। ਜਿਹੜਾ ਧਾਰਾ 226 ਹੈ ਸੰਵਿਧਾਨ ਦੀ, ਉਹਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਜਿਹੜੇ ਹਾਈ ਕੋਰਟ ਹੈ ਉਹ ਇੱਦਾਂ ਦੇ ਜਿਹੜੇ ਰਿਟਸ ਹੈਗੇ ਆ ਉਹ ਇਸ਼ੂ ਕਰ ਸਕਦੀ ਹੈ। ਫਿਰ ਰਿਟਸ in of India are borrowed from English law where they have been known as prerogative writs। ਸੋ ਇਹ ਜਿਹੜੀ ਵਿਵਸਥਾ ਹੈ ਅਸੀਂ ਇੰਗਲੈਂਡ ਦੇ ਸੰਵਿਧਾਨ ਦੇ ਵਿੱਚ ਜਿਹੜੀਆਂ ਰਿਟ ਵਿਵਸਥਾ ਉਹਦੇ ਤੋਂ ਜਿਹੜੀ ਹੈ ਅਸੀਂ ਲਈ ਹੈ। ਹੁਣ what is a writ petition? A writ petition is essentially a court petition for an extraordinary review asking a court to intervene in a lower court decision under Indian legal system jurisdiction। Issue prerogative writs is given to the Supreme Court and the High Court's judicature of Indian states and parts of। ਠੀਕ ਹੈ ਜੀ। ਹੁਣ ਰਿਟ ਪਟੀਸ਼ਨ ਇੱਕ ਤਰ੍ਹਾਂ ਦਾ ਜਿਹੜਾ ਹੈ ਇੱਕ ਤਰ੍ਹਾਂ ਦਾ ਪ੍ਰਾਵਧਾਨ ਹੈ ਜਿਹੜਾ ਕਿ ਨਿਆਂਯਾਲੇ ਜਿਹੜਾ ਹੈ ਇੱਕ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਜਾਂ ਸੰਸਥਾਵਾਂ ਨੂੰ ਪ੍ਰਦਾਨ ਕਰਦਾ ਹੈ ਜਿਹਦੇ ਦੁਆਰਾ ਉਹ ਜਿਹੜਾ ਹੈ ਨਿਆਂਯਾਲੇ ਵਿੱਚ ਜਾ ਕੇ ਨਿਆਂ ਪ੍ਰਾਪਤੀ ਜਿਹੜਾ ਕਰ ਸਕਦੇ। ਟਾਈਪਸ ਆਫ ਰਿਟਸ: ਹੈਬਸ ਕਾਰਪਸ, ਸ਼ਿਸ਼ੋਰੀ, ਪ੍ਰੋਹਿਬਿਸ਼ਨ, ਮੈਂਡੇਮਸ, ਕੋ ਵਾਰੰਟੋ। ਹੁਣ ਹੈਬਸ ਕਾਰਪਸ ਜਿਹੜੀ ਰਿਟ ਹੈ ਉਹ ਕੀ ਹੈ? Habeas corpus is a writ that is enforced to protect a fundamental right to liberty of an individual against unlawful detention। ਮਤਲਬ ਤੁਸੀਂ ਕਿਸੇ ਵੀ ਵਿਅਕਤੀ ਨੂੰ ਜਿਹੜਾ ਅਨਲawfully ਜਾਂ ਮਤਲਬ ਅਗੇਂਸਟ ਲਾਅ ਜਿਹੜਾ ਉਹਨੂੰ ਡਿਟੇਨ ਨਹੀਂ ਕਰ ਸਕਦੇ, ਉਹਨੂੰ ਬੰਦੀ ਨਹੀਂ ਬਣਾ ਕੇ ਰੱਖ ਸਕਦੇ। This writ commands public official to deliver detained person in front of court and provide valid reasons for his detention। ਸੋ ਜਿਹੜੇ ਵੀ ਵਿਅਕਤੀ ਨੂੰ ਫੜਿਆ ਜਾਂਦਾ ਹੈ ਉਸ ਵਿਅਕਤੀ ਨੂੰ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਨਿਆਂਯਾਲੇ ਦੇ ਵਿੱਚ ਜਿਹੜਾ ਹੈ ਪੇਸ਼ ਕਰਨਾ ਪੈਂਦਾ। ਠੀਕ ਹੈ। ਔਰ ਉਸ ਨੂੰ ਉਸ ਦੀ ਜਿਹੜਾ ਡਿਟੈਂਸ਼ਨ ਹੈ
ਉਸ ਨੂੰ ਜਿਨ੍ਹਾਂ ਕਾਰਨਾਂ ਕਰਕੇ ਬੰਦੀ ਬਣਾਇਆ ਗਿਆ ਹੈ ਉਹਨਾਂ ਕਾਰਨਾਂ ਬਾਰੇ ਦੱਸਣਾ ਵੀ ਜ਼ਰੂਰੀ ਹੈ। ਹੁਣ ਹੈਬਸ ਕਾਰਪਸ ਜਿਹੜਾ ਸ਼ਬਦ ਹੈ ਲੈਤਾਨੀ ਭਾਸ਼ਾ ਦਾ ਸ਼ਬਦ ਜਿਹੜਾ ਹੈਗਾ, ਇਹਦਾ ਅਰਥ ਹੁੰਦਾ ਟੂ ਹੈਵ ਯੋਰ, ਮੇਰੇ ਸਰੀਰ ਨੂੰ ਸਾਹਮਣੇ ਪ੍ਰਸਤੁਤ ਕਰੋ। ਸਾਹਮਣੇ ਪ੍ਰਸਤੁਤ ਕਰਨ ਦਾ ਮਤਲਬ ਇੱਥੇ ਇਹ ਹੈ ਕਿ ਉਹਨੂੰ ਮਤਲਬ ਕਿ ਕੋਰਟ ਦੇ ਸਾਹਮਣੇ ਪੇਸ਼ ਕਰਕੇ ਉਹਦੀ ਡਿਟੈਂਸ਼ਨ ਦੇ ਕਾਰਨ ਜਿਹੜੇ ਆ ਦੱਸੋ। However, this writ cannot be issued in the case proceeding is for contempt of legislature of court. Contempt of court ਦੇ ਵਿੱਚ ਇਹ writ ਜਿਹੜੀ ਹੈ ਸਿਰਫ ਇਹ ਫੰਡਾਮੈਂਟਲ ਰਾਈਟਸ ਵਾਇਲੇਸ਼ਨ, ਜੇ ਤੁਹਾਡਾ ਰਾਈਟ ਟੂ ਲਿਬਰਟੀ ਮਤਲਬ ਰਾਈਟ ਟੂ ਜਿਹੜਾ ਫਰੀडम ਹੈ ਜਾਂ ਜਿਹੜਾ ਤੁਹਾਡਾ ਸੁਤੰਤਰਤਾ ਦਾ ਜਿਹੜਾ ਅਧਿਕਾਰ ਹੈ ਉਹ ਅਗਰ ਵਾਇਲੇਟ ਹੁੰਦਾ ਹੈ ਤਾਂ ਹੀ ਤੁਸੀਂ ਜਿਹੜਾ ਉਹਨੂੰ ਜਿਹੜਾ ਇਹ ਜਿਹੜੀ ਰਿਟ ਹੈ ਉਹ ਤੁਸੀਂ ਮਤਲਬ ਨਿਆਂਇਆਲੇ 'ਚ ਉਹਦੇ ਅਧੀਨ ਜਿਹੜਾ ਹੈ ਜਾ ਸਕਦੇ ਹੋ। ਸ਼ਿਸ਼ੋਰੀ, ਦ ਰਿਟ ਆਫ ਸ਼ਿਸ਼ੋਰੀ ਇਜ਼ issued a lower court order directing the transfer of case for review, usually to overrule the judgment of lower court. The Supreme Court issues the writ of Shishori in the case decision passed by the lower court is challenged by the party. अगर कोई ਇਹੋ ਜਿਹਾ ਨਿਰਣੇ ਜਿਹੜਾ ਕਿ ਲੋਅਰ ਕੋਰਟ ਦੇ ਵਿੱਚ ਜਿਹੜਾ ਹੈਗਾ ਚੈਲੰਜ ਹੋਇਆ ਹੈ ਜਾਂ ਚੈਲੰਜ ਕੀਤਾ ਗਿਆ ਹੈ, ਉਹਦੇ ਜਿਹੜੀ ਅਨਲॉफुल ਜਿਹੜੀ ਡਿਟੈਂਸ਼ਨ ਹੈ, ਮਤਲਬ ਅਨਲॉफुल ਡਿਟੈਂਸ਼ਨ ਨਹੀਂ ਹੈ, ਟ੍ਰਾਂਸਫਰ ਆਪਾਂ ਕੋਈ ਵੀ ਕੇਸ ਜਿਹੜਾ ਹੈ ਉਹ ਅਗਰ ਕੋਰਟ ਸੈਟਿਸਫਾਈ ਨਹੀਂ ਹੈਗਾ ਕਿ ਜੇ ਪਰਟੀਕੂਲਰ ਕੋਰਟ ਦੇ ਵਿੱਚ ਅਗਰ ਕੋਈ ਕੇਸ ਚੱਲ ਰਿਹਾ ਹੈ, ਅਗਰ ਉਹ ਪਰਸਨ ਸੈਟਿਸਫਾਈ ਨਹੀਂ ਹੈਗਾ ਤਾਂ ਉਹ ਆਪਣਾ ਕੇਸ ਜਿਹੜਾ ਹੈ ਉਹ ਟ੍ਰਾਂਸਫਰ ਜਿਹੜਾ ਹੈ ਕਰਵਾ ਸਕਦਾ। ਠੀਕ ਹੈ ਜੀ। Prohibition is a writ issued by higher court to a lower court to enforce inactivity in jurisdiction. It happens only in the case of higher court. ठीक है। Prohibition is a writ issued by a higher court. ਇਹ writ ਜਿਹੜੀ ਹੈ ਹਾਇਰ ਕੋਰਟ ਇਸ਼ੂ ਕਰਦਾ ਕਿਹਨੂੰ? ਲੋਅਰ ਕੋਰਟ ਨੂੰ। ਟੂ ਇਨਫੋਰਸ, ਅਗਰ ਉਹ ਕੋਰਟ ਆਪਣੀ ਜੂਰਿਸਡਿਕਸ਼ਨ ਆਪਣੇ ਕਾਰਜ ਖੇਤਰ ਵਿੱਚ ਕੰਮ ਨਹੀਂ ਕਰਦਾ। It happens only in case higher court discretion that the case falls out of the jurisdiction. ਅਗਰ ਕੋਈ ਇਹੋ ਜਿਹਾ ਕੇਸ, ਕੋਈ ਇਹੋ ਜਿਹਾ ਮੁਕੱਦਮਾ ਜਿਹੜਾ ਕਿਸੇ ਕੋਰਟ ਦੀ ਕਾਰਜ ਖੇਤਰ ਦੇ ਵਿੱਚ ਨਾ ਪੈਂਦਾ ਹੋਵੇ, jurisdiction of lower court, the writ of prohibition can be only issued against judicial and quasi judicial, ਮਤਲਬ ਇਹ ਜਿਹੜੇ ਮੁਕੱਦਮੇ ਅਦਾਲਤਾਂ ਦੇ ਵਿੱਚ ਲੱਗੇ ਹੁੰਦੇ ਉਹਦੇ ਲਈ ਹੀ ਇਹ ਜਿਹੜਾ ਹੈ ਪ੍ਰਾਵਧਾਨ ਜਿਹੜਾ ਹੈ ਜਾਂ ਰਿਟ ਜਿਹੜਾ ਹੈ ਉਹ ਕੀਤੀ ਜਾ ਸਕਦੀ ਹੈ। ਮੈਂਡੇਮਸ, ਦ ਰਿਟ ਆਫ ਮੈਂਡੇਮਸ ਇਜ਼ ਇਸ਼ੂਡ ਟੂ ਅ ਸਬਆਰਡੀਨੇਟ ਕੋਰਟ ਆਫ ਐਨ ਆਫਿਸਰ ਆਫ ਦ ਗਵਰਨਮੈਂਟ or a corporation or other institution commanding its performance to, अगर कोई व्यक्ति कोई संस्था अपना कार्य ठीक तरह ਨਾਲ ਨਹੀਂ ਕਰਦਾ ਤਾਂ ਉਹ ਇੱਕ ਜਿਹੜੇ ਵਿਅਕਤੀ ਨੂੰ ਲੱਗਦਾ ਕਿ ਉਹ ਕਾਰਜ ਨਹੀਂ ਕਰ ਰਿਹਾ, ਉਹ ਵਿਅਕਤੀ ਜਿਹੜਾ ਹੈ ਕੋਰਟ ਦੇ ਵਿੱਚ ਜਾ ਕੇ ਉਹ ਵਿਅਕਤੀ ਜਿਹੜਾ ਹੈ ਨਿਆਂਇਆਲੇ ਦੇ ਵਿੱਚ ਜਾ ਕੇ ਜਿਹੜਾ ਹੈ ਉਹ ਮੈਂਡੇਮਸ ਦੁਆਰਾ ਜਿਹੜਾ ਹੈ ਨਿਆਂ ਜਿਹੜਾ ਹੈ ਪ੍ਰਾਪਤ ਕਰ ਸਕਦਾ ਹੈ। ਠੀਕ ਹੈ ਜੀ। Quo warranto is issued against a person who claims upsurge in public office. अगर पब्लिक ऑफिस ਦੇ ਵਿੱਚ ਅਗਰ ਪਬਲਿਕ ਅਹੁਦੇ ਦੇ ਉੱਤੇ ਕੋਈ ਉਸ ਦੇ ਨਾਲ ਧੱਕਾ ਹੁੰਦਾ ਹੈ ਤਾਂ ਇਹ ਜਿਹੜੀ ਰਿਟ ਹੈਗੀ ਆ ਉਹ ਲਗਾਈ ਜਾਂਦੀ ਹੈ। ਫਿਰ ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ, ਜਿਹੜੇ ਮੌਲਿਕ ਅਧਿਕਾਰ ਹੈ ਉਹਨਾਂ ਨੂੰ ਕਦੋਂ ਸਸਪੈਂਡ ਕੀਤਾ ਜਾ ਸਕਦਾ ਜਾਂ ਕਦੋਂ ਮੁਲਤਵੀ ਕੀਤਾ ਜਾ ਸਕਦਾ ਜਾਂ ਮੁਅੱਤਲ ਕੀਤਾ ਜਾ ਸਕਦਾ। Fundamental rights can be suspended in case of national emergency mentioned under Article 352. The 6 fundamental rights under Article 19 are automatically suspended in case of national emergency imposed on the grounds of war or external aggression stated in Article 352(1). Article 359 has a clause of suspension of other rights. In case separate notification has to be issued by the President. The rights mentioned under Article 20 and 25(1) are never suspended. मतलब 20 ਦੇ ਵਿੱਚ ਜੀਵਨ ਜੀਣ ਦਾ ਅਧਿਕਾਰ ਦਿੱਤਾ ਗਿਆ, ਸੋ ਉਹਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਐਮਰਜੈਂਸੀ ਦੇ ਦੌਰਾਨ ਵੀ। ਠੀਕ ਹੈ ਜੀ। ਤੇ
ਇੱਕ ਹੋਰ ਰਾਈਟ ਹੈ ਉਹਨੂੰ ਵੀ ਜਿਹੜਾ ਹੈ ਸਸਪੈਂਡ ਨਹੀਂ ਕੀਤਾ ਜਾਂਦਾ। ਔਰ ਬਾਕੀ ਜਿਹੜੇ ਮੌਲਿਕ ਅਧਿਕਾਰ ਆ ਉਹ ਜਦੋਂ ਆਪਾਤਕਾਲ ਲੱਗਿਆ ਹੁੰਦਾ ਭਾਰਤ ਦੇ ਵਿੱਚ 352 ਦੇ ਅਧੀਨ ਰਾਸ਼ਟਰੀ ਆਪਾਤਕਾਲ ਜਿਹਨੂੰ ਕਹਿੰਦੇ ਆ, ਤਾਂ ਉਸ ਦੌਰਾਨ ਜਿਹੜਾ ਹੈ ਉਹ ਠੀਕ ਹੈ ਜੀ। ਇਹ ਤੁਹਾਡਾ ਸੀਗਾ ਇੰਪੋਰਟੈਂਟ ਇੱਕ ਟੌਪਿਕ ਸੀਗਾ। ਇਹਦੇ ਨਾਲ ਤੁਹਾਡੇ ਜਿਹੜੀ ਕਲਾਸੀਫਿਕੇਸ਼ਨ ਹੈ, ਵਰਗੀਕਰਨ ਹੈਗਾ ਫੰਡਾਮੈਂਟਲ ਰਾਈਟਸ ਦਾ, ਉਹ ਆਪਣਾ ਜਿਹੜਾ ਖਤਮ ਹੁੰਦਾ। ਅੱਜ ਤੁਹਾਡੀ ਲਾਈਵ ਕਲਾਸ ਨਹੀਂ ਲੱਗੂਗੀ, ਸੋ ਮੈਂ ਤੁਹਾਨੂੰ ਵਿੱਚ ਜਿਹੜਾ ਆਫਲਾਈਨ ਕਲਾਸ ਲਈ ਵੀ ਬੁਲਾਵਾਂਗਾ, ਕਿਉਂਕਿ ਤੁਹਾਡੀ ਕਲਾਸ ਨੂੰ ਹਲੇ ਅਲਾਉ ਨਹੀਂ ਕੀਤਾ ਹੈਗਾ ਕਾਲਜ ਨੇ, ਪਰ ਵਿੱਚ ਤੁਸੀਂ ਮੈਂ ਤੁਹਾਨੂੰ ਜਿਹੜਾ ਹੈ ਆਫਲਾਈਨ ਕਲਾਸ ਵਾਸਤੇ ਜਿਹੜਾ ਬੁਲਾਊਂਗਾ ਉਹ ਹੈ। ਔਰ ਇਹ ਵੀਡੀਓ ਸੁਣ ਲਿਓ ਔਰ ਆਪਣੇ ਜਿਹੜਾ ਅਟੈਂਡੈਂਸ ਜਿਹੜੀ ਹੈ ਪੋਸਟ ਕਰੋ।